Hello students, continuing the third video lecture for the same topic, that is partially miscible liquids. ਇਸ ਤੋਂ ਪਹਿਲਾਂ ਦੋ ਵੀਡੀਓ ਲੈਕਚਰਸ ਦੇ ਵਿੱਚ ਆਪਾਂ ਗੱਲ ਕਰ ਚੁੱਕੇ ਹਾਂ ਕਿ ਪਾਰਸ਼ਲ ਮਿਸਸੀਬਲ ਲਿਕੁਇਡਸ ਕੀ ਹੁੰਦੇ ਆ, ਉਹਨਾਂ ਦੀ ਕਲਾਸੀਫਿਕੇਸ਼ਨ ਕੀ ਹੁੰਦੀ ਹੈ, ਐਂਡ ਇੱਕ ਸਿਸਟਮ ਵੀ ਕਰ ਚੁੱਕੇ ਹਾਂ, ਦੈਟ ਇਜ਼ ਫਿਨੋਲ ਵਾਟਰ ਸਿਸਟਮ, that is having the upper critical solution temperature. And now moving towards the system triethylamine water system, which is having the lower critical solution temperature. ਲੋਅਰ ਕ੍ਰਿਟੀਕਲ ਸੋਲਿਊਸ਼ਨ ਟੈਂਪਰੇਚਰ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਕੀ ਹੁੰਦਾ ਉਹ ਵਾਲਾ ਟੈਂਪਰੇਚਰ ਜਦੋਂ ਕਿ ਇਹ ਤੁਸੀਂ ਪਾਰਸ਼ਲੀ ਮਿਸਿਬਲ ਲਿਕੁਇਡਸ ਨੂੰ ਪਾਰਸ਼ਲ ਮਿਸਿਬਲ ਲਿਕੁਇਡਸ ਦਾ ਟੈਂਪਰੇਚਰ ਲੋ ਕਰੋਗੇ ਤੇ ਉਹ ਆਪਸ ਦੇ ਵਿੱਚ ਕੀ ਮਿਕਸ ਹੋਣੀਆਂ ਸਟਾਰਟ ਹੋ ਜਾਣਗੀਆਂ ਤੇ ਇੱਕ ਟੈਂਪਰੇਚਰ ਐਵੇਂ ਦਾ ਆਏਗਾ ਜਿੱਥੇ ਕੀ ਹੈ ਉਹ ਕੰਪਲੀਟਲੀ ਮਿਸਿਬਲ ਹੋ ਜਾਣਗੀਆਂ, ਤਾਂ ਦੈਟ ਟੈਂਪਰੇਚਰ ਵਿਲ ਬੀ ਨੋਨ ਐਜ਼ ਲੋਅਰ ਕ੍ਰਿਟੀਕਲ ਸੋਲਿਊਸ਼ਨ ਟੈਂਪਰੇਚਰ। ਤਾਂ ਹੁਣ ਇਹ ਉਹ ਵਾਲਾ ਸਿਸਟਮ ਹੈ, ਦੋ ਲੇਅਰਸ ਹੋਣਗੀਆਂ, ਇੱਕ ਟਰਾਈਥਾਈਲੈਮੀਨ ਇਨ ਵਾਟਰ ਐਂਡ ਅਨਦਰ ਇਜ਼ ਵਾਟਰ ਇਨ ਟਰਾਈਥਾਈਲੈਮੀਨ। ਤਾਂ ਇਹ ਕੀ ਹੈ, ਜਦੋਂ ਇਹਨਾਂ ਦਾ ਟੈਂਪਰੇਚਰ ਤੁਸੀਂ ਲੋ ਕਰਨਾ ਸਟਾਰਟ ਕਰੋਗੇ ਤਾਂ ਇਹ ਕੀ ਹੈ ਆਪਸ ਦੇ ਵਿੱਚ ਮਿਕਸ ਹੋਣੀਆਂ ਸਟਾਰਟ ਹੋ ਜਾਣਗੀਆਂ। ਜਦੋਂ ਆਪਾਂ ਪਹਿਲਾਂ ਗੱਲ ਕੀਤੀ ਸੀ ਅਪਰ ਕ੍ਰਿਟੀਕਲ ਸੋਲਿਊਸ਼ਨ ਟੈਂਪਰੇਚਰ ਵਾਲੇ ਸਿਸਟਮ ਦੀ, ਉਹਦੇ ਵਿੱਚ ਕੀ ਸੀ, ਇੱਕ ਪੈਰਾਬੋਲਾ ਕਰਵ ਬਣਦੀ ਸੀ ਕਿਉਂਕਿ ਵਿਦ ਇਨਕਰੀਜ਼ ਆਫ ਟੈਂਪਰੇਚਰ ਉਹਨਾਂ ਨੇ ਕੰਪਲੀਟਲੀ ਮਿਸਿਬਲ ਹੋਣਾ ਸੀ। ਬਟ ਇਹ ਸਿਸਟਮ ਦੇ ਵਿੱਚ ਕੀ ਹੈ, ਆਪੋਜ਼ਿਟ ਹੈ ਕਿ ਤੁਸੀਂ ਟੈਂਪਰੇਚਰ ਨੂੰ ਲੋ ਕਰੋਗੇ ਤਾਂ ਉਦੋਂ ਕੀ ਉਹ ਮਿਸਿਬਲ ਹੋਣਗੀਆਂ। ਤਾਂ ਇਹਦੇ ਵਿੱਚ ਕੀ ਹੋਏਗਾ, ਉੱਪਰ ਕੀ ਬਣ ਰਿਹਾ ਸੀ ਤੁਹਾਡੇ ਕੋਲ, ਪੈਰਾਬੋਲਾ ਬਣ ਰਿਹਾ ਸੀ ਅਪਰ ਕ੍ਰਿਟੀਕਲ ਸੋਲਿਊਸ਼ਨ ਟੈਂਪਰੇਚਰ ਦੇ ਵਿੱਚ। ਇੱਥੇ ਕੀ ਹੋਏਗਾ ਕਿ ਉਹ ਪੈਰਾਬੋਲਾ ਇਨਵਰਟ ਹੋ ਜਾਏਗਾ ਐਵੇਂ, ਹੈ ਨਾ, ਜਿਵੇਂ ਪੈਰਾਬੋਲਾ ਹੈ ਉਹ ਇਨਵਰਟ ਹੋ ਗਿਆ ਕਿਉਂਕਿ ਉਦੋਂ ਟੈਂਪਰੇਚਰ ਇਨਕਰੀਜ਼ ਕਰ ਰਹੇ ਸੀ, ਹੁਣ ਟੈਂਪਰੇਚਰ ਡਿਕਰੀਜ਼ ਕਰ ਰਹੇ ਹਾਂ। ਸਿਮਿਲਰ ਹੈ, ਇੱਥੇ ਕੀ ਹੋਏਗਾ, ਦੋ ਲੇਅਰਸ ਬਣਨਗੀਆਂ, ਇੱਕ ਲੇਅਰ ਇੱਥੇ ਕਿਹੜੀ ਹੋਏਗੀ, ਟਰਾਈਥਾਈਲੈਮੀਨ ਇਨ ਵਾਟਰ, ਬਿਕੋਜ਼ ਇੱਧਰ ਕੀ ਹੈ ਟਰਾਈਥਾਈਲੈਮੀਨ ਤੁਸੀਂ ਐਡ ਕਰ ਰਹੇ ਹੋ ਇਨ ਵਾਟਰ, ਤਾਂ ਇੱਧਰ ਕੀ ਹੈ ਟਰਾਈਥਾਈਲੈਮੀਨ ਇਨ ਵਾਟਰ ਵਾਲੀ ਲੇਅਰ ਹੋਏਗੀ, ਇੱਧਰ ਵਾਟਰ ਇਨ ਟਰਾਈਥਾਈਲਐਮੀਨ, ਕਿਉਂਕਿ ਇੱਧਰ ਕੀ ਹੋਏਗਾ ਟਰਾਈਥਾਈਲੈਮੀਨ ज़्यादा ਕੁਆਂਟਿਟੀ ਦੇ ਵਿੱਚ ਹੋਏਗਾ, ज़्यादा ਅਮਾਊਂਟ ਦੇ ਵਿੱਚ ਹੋਏਗਾ। ਤਾਂ ਜਿਵੇਂ ਜਿਵੇਂ ਤੁਸੀਂ ਟੈਂਪਰੇਚਰ ਡਿਕਰੀਜ਼ ਕਰੋਗੇ ਉਵੇਂ ਉਵੇਂ ਕੀ ਆਪਸ ਦੇ ਵਿੱਚ ਮਿਕਸ ਹੋਣੀਆਂ ਸਟਾਰਟ ਹੋ ਜਾਣਗੀਆਂ ਤਾਂ ਇੱਕ ਇਨਵਰਟਡ ਪੈਰਾਬੋਲਾ ਬਣ ਜਾਏਗਾ। ਤਾਂ ਇੱਥੇ ਇੱਕ ਜਿਹੜਾ ਟੈਂਪਰੇਚਰ ਲੋਅਰ ਟੈਂਪਰੇਚਰ ਆਏਗਾ ਜਿੱਥੇ ਕਿ ਇਹ ਕੰਪਲੀਟਲੀ ਮਿਸਿਬਲ ਹੋ ਜਾਣਗੀਆਂ, ਦੈਟ ਟੈਂਪਰੇਚਰ ਵਿਲ ਬੀ ਨੋਨ ਐਜ਼ ਲੋਅਰ ਕ੍ਰਿਟੀਕਲ ਸੋਲਿਊਸ਼ਨ ਟੈਂਪਰੇਚਰ ਐਂਡ ਦਾ ਵੈਲਿਊ ਫॉर दैट इज़ 18.5 डिग्री सेल्सियस। ਤਾਂ ਇੱਕ ਕੰਪੋਜੀਸ਼ਨ ਵੀ ਹੈ ਜੋ ਆਪਾਂ ਗੱਲ ਕੀਤੀ ਸੀ ਨੋਨ ਐਜ਼ ਕ੍ਰਿਟੀਕਲ ਕੰਪੋਜੀਸ਼ਨ, ਉਹ ਇੱਥੇ ਕਿੰਨੀ ਹੋਏਗੀ 30% ਆਫ ਟਰਾਈਥਾਈਲਐਮੀਨ ਐਂਡ ਵਾਟਰ ਇਜ਼ ਹੇਅਰ 70% ਆਫ ਟਰਾਈਥਾਈਲਐਮੀਨ। ਜੇ ਇਹ ਵਾਲੀ ਕੰਪੋਜੀਸ਼ਨ ਹੋਏਗੀ ਟੈਂਪਰੇਚਰ ਇੰਨਾ ਹੋਏਗਾ ਤਾਂ ਦੋਨੋਂ ਲੇਅਰਸ ਕੀ ਹੋਣਗੀਆਂ ਆਪਸ ਦੇ ਵਿੱਚ ਕੰਪਲੀਟਲੀ ਮਿਸਿਬਲ ਹੋਣਗੀਆਂ। ਤਾਂ ਇਸ ਇਨਵਰਟਡ ਪੈਰਾਬੋਲਾ ਦੇ ਵਿੱਚ ਜੋ ਲੇਅਰਸ ਹੋਣਗੀਆਂ ਦੈਟ ਵਿਲ ਬੀ ਟੂ ਲੇਅਰਸ, ਵਨ ਇਜ਼ ਟਰਾਈਥਾਈਲਐਮੀਨ ਇਨ ਵਾਟਰ ਐਂਡ ਅਨਦਰ ਇਜ਼ ਵਾਟਰ ਇਨ ਟਰਾਈਥਾਈਲਐਮੀਨ। ਤਾਂ ਦਿਸ ਸਿਸਟਮ ਵਿਲ ਬੀ heterogeneous system। ਇਸ ਤੋਂ ਬਿਲੋ ਜੋ ਇਹ ਟੈਂਪਰੇਚਰ ਆਇਆ 18.5, ਇਸ ਤੋਂ ਬਿਲੋ ਹੁਣ ਤਾਂ ਉਹ ਆਪਸ ਦੇ ਵਿੱਚ ਕੀ ਹੈ ਕੰਪਲੀਟਲੀ ਮਿਸਿਬਲ ਹੋ ਚੁੱਕੇ ਹਨ। ਉਸ ਤੋਂ ਬਾਅਦ ਤੁਸੀਂ ਜਿੰਨਾ ਮਰਜ਼ੀ ਟੈਂਪਰੇਚਰ ਲੋ ਕਰੀ ਜਾਓ ਉਹਨਾਂ ਨੇ ਹੋਮੋਜੀਨੀਅਸ ਹੀ ਰਹਿਣਾ, ਇੱਕ ਲੇਅਰ ਹੀ ਰਹੇਗੀ। ਤਾਂ ਇਹਦੇ ਨੀਚੇ ਜੋ ਬਿਲੋ ਦਿਸ temperature there will exist only one layer and the system will be homogeneous system, right? Moving towards the next system, that is nicotine water system, and this system is the system having the both temperatures, upper critical solution temperature and lower critical solution temperature। ਇਸ ਦੇ ਵਿੱਚ ਕੀ ਹੋਏਗਾ ਕਿ ਇਹ ਸਿਸਟਮ ਉਹ ਹੈ ਕਿ ਇਹਦੇ ਵਿੱਚ ਦੋ ਲੇਅਰਸ ਹੋਣਗੀਆਂ, ਇੱਕ ਨਿਕੋਟੀਨ ਇਨ ਵਾਟਰ ਐਂਡ ਅਨਦਰ ਇਜ਼ ਵਾਟਰ ਇਨ ਨਿਕੋਟੀਨ। ਤਾਂ ਇੱਥੇ ਕੀ ਹੋਏਗੀ, ਇੱਕ ਇੱਥੇ ਹੋਏਗੀ ਨਿਕੋਟੀਨ ਇਨ ਵਾਟਰ, ਇੱਧਰ ਹੋਏਗੀ ਵਾਟਰ ਇਨ ਨਿਕੋਟੀਨ, ਕਿਉਂਕਿ ਇੱਧਰ ਨਿਕੋਟੀਨ ज़्यादा ਕੁਆਂਟਿਟੀ ਦੇ ਵਿੱਚ ਹੈ, ਇੱਧਰ ਘੱਟ ਕੁਆਂਟਿਟੀ ਦੇ ਵਿੱਚ ਹੈ। ਤਾਂ ਹੁਣ ਕੀ ਹੈ ਕਿ ਇਹ ਉਹ ਵਾਲਾ ਸਿਸਟਮ ਹੈ ਜਿੰਦਾ ਤੁਸੀਂ ਟੈਂਪਰੇਚਰ ਚਾਹੇ ਤਾਂ ਇਨਕਰੀਜ਼ ਕਰੋ ਚਾਹੇ ਡਿਕਰੀਜ਼ ਕਰੋ, ਉਹਨਾਂ ਨੇ ਆਪਸ ਦੇ ਵਿੱਚ ਕੀ ਹੋਣਾ, ਮਿਕਸ ਹੀ ਹੋਣਾ। ਤਾਂ ਕੀ ਹੈ, ਇੱਕ ਪੈਰਾਬੋਲਾ ਬਣੇਗਾ, ਇੱਕ ਕੀ ਇਨਵਰਟਡ ਪੈਰਾਬੋਲਾ ਬਣੇਗਾ, ਦੋਨੋਂ ਕੀ ਹੈ ਇੱਕ ਕਲੋਜ਼ਡ ਕਰਵ ਬਣ ਜਾਏਗੀ। ਤਾਂ ਉੱਪਰ ਜਿਹੜੀਆਂ ਆ ਰਹੀਆਂ ਸੀ ਦੈਟ ਵਰ ਓਪਨ ਕਰਵਸ, ਬਟ ਇੱਥੇ ਕੀ ਆਊਗੀ क्लोज्ड कर्व आ जाएगी, एक सर्कल टाइप ओवल शेप बन जाएगी, ठीक है। तो ऊपर जो टेम्परेचर आया है हाईएस्ट टेम्परेचर जिथे कि ये कंप्लीटली मिसिबल हो गई हैं, दैट टेम्परेचर विल बी अपर क्रिटिकल सोल्यूशन टेम्परेचर एंड द वैल्यू फॉर दैट इज 208 डिग्री सेल्सियस। एंड हेयर इट विल बी लोअर क्रिटिकल सोल्यूशन टेम्परेचर एंड द वैल्यू इज 60.8 डिग्री सेल्सियस। above this temperature there will exist only one layer homogeneous system, and below this temperature there will be one layer homogeneous system, and in between this closed curve there will exist two layers and the system will be heterogeneous system। and here it will also there will also exist one critical composition, that will be 34% of nicotine and rest is the water।
Next, moving towards the effect of impurities on critical solution temperature. ਇਹਦੇ ਵਿੱਚ ਕੀ ਹੈ ਕਿ ਇੱਕ ਟੈਂਪਰੇਚਰ ਜੋ ਆਪਾਂ ਗੱਲ ਕਰ ਰਹੇ ਸੀ ਕਿ ਦੋ ਲਿਕੁਇਡਸ ਨੇ ਪਾਰਸ਼ਲੀ ਮਿਸਿਬਲ ਨੇ, ਕਾਹਦੇ ਵਿੱਚ ਕਨਵਰਟ ਹੋਣਾ, ਕੰਪਲੀਟਲੀ ਮਿਸਿਬਲ ਹੋਣਾ ਉਹਨਾਂ ਨੇ, ਉਹਦੇ ਲਈ ਉਹਨਾਂ ਨੂੰ ਕੋਈ ਟੈਂਪਰੇਚਰ ਦੇਣਾ ਪਏਗਾ। ਬਟ ਜੇ ਉਹਦੇ ਵਿੱਚ ਕੀ ਹੈ ਇੰਪਿਓਰਿਟੀਜ਼ ਪ੍ਰੈਜ਼ੈਂਟ ਹੈ ਲਿਕੁਇਡਸ ਦੇ ਵਿੱਚ, ਤਾਂ ਕੀ ਇਫੈਕਟ ਹੋਏਗਾ ਕ੍ਰਿਟੀਕਲ ਸੋਲਿਊਸ਼ਨ ਟੈਂਪਰੇਚਰ 'ਤੇ, ਵੈਦਰ ਇਟ ਵਿਲ ਡਿਕਰੀਜ਼ ਔਰ ਵੈਦਰ ਇਟ ਵਿਲ ਇਨਕਰੀਜ਼। ਨਾਓ ਫਸਟ ਕੇਸਿਸ ਕਿ ਜੇ ਤੁਹਾਡਾ ਜੋ ਇੰਪਿਓਰਿਟੀ ਹੈ ਉਹ ਇੱਕ ਹੀ ਲਿਕੁਇਡ ਦੇ ਵਿੱਚ ਸੋਲੂਬਲ ਹੈ, when the added substance is soluble only in one liquid। ਜੇ ਉਹ ਇੱਕ ਹੀ ਲਿਕੁਇਡ ਦੇ ਵਿੱਚ ਸੋਲੂਬਲ ਹੈ, ਦੂਸਰੇ ਲਿਕੁਇਡ ਦੇ ਵਿੱਚ ਸੋਲੂਬਲ ਨਹੀਂ ਹੈਗੀ, ਤਾਂ ਕੀ ਹੋਊਗਾ ਮਿਊਚੁਅਲ ਸੋਲੂਬਿਲਿਟੀ ਵਿਲ ਡਿਕਰੀਜ਼। ਯੈਸ, ਬਿਕੋਜ਼ ਇੱਕ ਦੇ ਵਿੱਚ ਸੋਲੂਬਲ ਹੋਗੀ, ਠੀਕ ਹੈ, ਦੂਸਰੇ ਦੇ ਵਿੱਚ ਸੋਲੂਬਲ ਨਹੀਂ ਹੈਗੀ, ਤਾਂ ਉਹ ਕੀ ਦੋ ਲੇਅਰਸ ਨੂੰ ਆਪਸ ਦੇ ਵਿੱਚ ਮਿਕਸ ਹੋਣ ਨਹੀਂ ਦੇਗੀ, ਤਾਂ ਉਹਦਾ ਜਿਹੜੀ ਮਿਊਚੁਅਲ ਸੋਲੂਬਿਲਿਟੀ ਉਹ ਕੀ ਹੋ ਜਾਏਗੀ ਡਿਕਰੀਜ਼। ਜੇ ਮਿਊਚੁਅਲ ਸੋਲੂਬਿਲਿਟੀ ਡਿਕਰੀਜ਼ ਹੋਗੀ ਤਾਂ ਆਪਾਂ ਨੂੰ ਹੁਣ ਟੈਂਪਰੇਚਰ ਉਹਨੂੰ ਜ਼ਿਆਦਾ ਦੇਣਾ ਪਏਗਾ ਤਾਂ ਕਿ ਉਹ ਮਿਕਸ ਹੋ ਜਾਣ, ਤਾਂ ਫਿਰ ਕੀ ਹੋਊਗਾ ਕ੍ਰਿਟੀਕਲ ਸੋਲਿਊਸ਼ਨ ਟੈਂਪਰੇਚਰ ਵਿਲ ਇਨਕਰੀਜ਼। ਜਿਵੇਂ ਇੱਥੇ ਦੇਖੋ ਇੱਕ ਓਰੀਜਨਲ ਕਰਵ ਸ਼ੋ ਕਰ ਰਹੀ ਹੈ ਅਪਰ ਕ੍ਰਿਟੀਕਲ ਸੋਲਿਊਸ਼ਨ ਟੈਂਪਰੇਚਰ ਦੀ ਕਰਵ, ਤੇ ਆਹ ਜੋ ਕਰਵ ਹੈ ਡੋਟਡ ਕਰਵ, ਫਸਟ ਕਰਵ that is showing the when substance is soluble only in one liquid, right। next is when the added substance is soluble in both the liquids। ਜਦੋਂ ਕਿ ਇਹ ਦੋਨਾਂ ਲਿਕੁਇਡਸ ਦੇ ਵਿੱਚ ਸੋਲੂਬਲ ਹੈ, ਜੇ ਦੋਨਾਂ ਲਿਕੁਇਡਸ ਦੇ ਵਿੱਚ ਸੋਲੂਬਲ ਹੈ ਤਾਂ ਆਪਣੇ ਲਈ ਤਾਂ ਅੱਛਾ ਹੈ, ਕਿਉਂਕਿ ਕਿ ਉਹ ਦੋਨਾਂ ਦੇ ਵਿੱਚ ਸੋਲੂਬਲ ਹੈ ਤਾਂ ਉਹਨਾਂ ਦੀ ਮਿਊਚੁਅਲ ਸੋਲੂਬਿਲਿਟੀ ਕੀ ਹੋ ਜਾਏਗੀ ਇਨਕਰੀਜ਼, ਬਿਕੋਜ਼ ਜਿਹੜੀ ਇੰਪਿਓਰਿਟੀ ਹੈ ਉਹ ਆਪਦੇ ਆਪ ਨੂੰ ਕੀ ਕਰੇਗੀ ਡਿਸਟਰੀਬਿਊਟ ਕਰ ਲੇਗੀ ਬਿਟਵੀਨ ਦੀ ਲਿਕੁਇਡਸ, ਤਾਂ ਕਿ ਇੱਕ ਐਜ਼ ਅ ਸੀਮੈਂਟ ਐਕਟ ਕਰੇਗੀ। ਜਿਵੇਂ ਬ੍ਰਿਕਸ ਦੇ ਵਿੱਚ ਆਪਾਂ ਸੀਮੈਂਟ ਲਗਾਉਂਦੇ ਹਾਂ ਉਹਨਾਂ ਨੂੰ ਅਟੈਚ ਕਰਨ ਲਈ, ਉਵੇਂ ਇਹ ਇੰਪਿਓਰਿਟੀ ਕੀ ਐਜ਼ ਅ ਸੀਮੈਂਟ ਐਕਟ ਕਰੇਗੀ ਦੋਨਾਂ ਨੂੰ ਸੋਲੂਬਲ ਕਰਨ ਦੇ ਲਈ, ਕਿਉਂਕਿ ਇੰਪਿਓਰਿਟੀਜ਼ ਕੰਟੀਨਿਊਸਲੀ ਐਕਸਚੇਂਜ ਬਿਟਵੀਨ ਦੀ ਟੂ ਲਿਕੁਇਡਸ, ਉਹ ਆਪਦੇ ਆਪ ਨੂੰ ਐਕਸਚੇਂਜ ਕਰਦੀ ਰਹੇਗੀ ਦੋਨਾਂ ਲਿਕੁਇਡਸ ਦੇ ਵਿੱਚ, ਤੇ ਐਜ਼ ਅ ਰਿਜ਼ਲਟ ਕੀ ਇਹ ਦੋਨੋਂ ਲਿਕੁਇਡਸ ਈਜ਼ੀਲੀ ਮਿਕਸਅਪ ਹੋ ਜਾਣਗੇ, ਰਾਈਟ। ਤਾਂ ਇਸੇ ਕਰਕੇ ਕੀ ਹੈ, ਤਾਂ ਜਿਹੜੀ ਆਹ ਵਾਲੀ ਕਰਵ ਨੀਚੇ ਸੈਕਿੰਡ ਕਰਵ ਹੈ, this is the curve when the added substance that is soluble in both the liquids। now next, moving towards the isotopic effect on critical solution temperature। isotopic effect, as you all know what are isotopes, and isotopic effect ਦੇ ਵਿੱਚ like if we talk about the phenol water system ਦੇ ਵਿੱਚ phenol ਹੈ, H2O ਹੈ, ਇਹਦੇ ਵਿੱਚ ਕੀ ਹੈ O ਤੇ H ਦੀ ਕੀ ਹੈ ਹਾਈਡਰੋਜਨ ਬੌਂਡਿੰਗ ਹੋਏਗੀ, because phenol is having the OH group and H2O ਦੇ ਨਾਲ ਕੀ ਹੈ H ਦੇ ਨਾਲ ਕੀ ਬਣੇਗੀ ਜਾਂ O ਦੇ ਨਾਲ ਕੀ ਹੈ OH ਦੀ ਕੀ ਬਣੇਗੀ ਹਾਈਡਰੋਜਨ ਬੌਂਡਿੰਗ ਬਣੇਗੀ ਇਹਦੇ ਵਿੱਚ। ਤਾਂ ਫਿਰ ਕੀ ਹੋਏਗਾ ਕਿ ਜੇ ਆਪਾਂ H2O ਦੀ ਜਗ੍ਹਾ D2O ਯੂਜ਼ ਕਰ ਲਾਂਗੇ ਤਾਂ ਹਾਈਡਰੋਜਨ ਬੌਂਡਿੰਗ ਨਹੀਂ ਹੋਏਗੀ, ਤਾਂ ਜਿਹੜਾ ਫਿਨੋਲ ਤੇ ਵਾਟਰ ਦੇ ਵਿੱਚ ਜੋ ਬੌਂਡਿੰਗ ਬਣਦੀ ਸੀ ਹਾਈਡਰੋਜਨ ਬੌਂਡਿੰਗ ਕਰਕੇ ਉਹ ਕੀ ਹੋ ਜਾਏਗੀ ਵੀਕ ਹੋ ਜਾਏਗੀ। ਜੇ ਉਹ ਵੀਕ ਹੋ ਜਾਏਗੀ ਤਾਂ ਉਹਨਾਂ ਦੀ ਸੋਲੂਬਿਲਿਟੀ ਕੀ ਹੋ ਜਾਏਗੀ ਡਿਕਰੀਜ਼ ਹੋ ਜਾਏਗੀ। ਜੇ ਉਹ ਡਿਕਰੀਜ਼ ਹੋ ਜਾਏਗੀ ਤਾਂ ਤੁਹਾਡੇ ਕੋਲ ਜਿਹੜਾ ਕੀ ਹੈ ਟੈਂਪਰੇਚਰ ਕ੍ਰਿਟੀਕਲ ਸੋਲਿਊਸ਼ਨ ਟੈਂਪਰੇਚਰ ਵੀ ਰੇਜ਼ ਹੋ ਜਾਏਗਾ, ਕਿਉਂਕਿ ਤੁਹਾਨੂੰ ਟੈਂਪਰੇਚਰ ਉਹਨੂੰ ਜ਼ਿਆਦਾ ਦੇਣਾ ਪਏਗਾ ਤਾਂ ਕਿ ਕੀ ਉਹ ਆਪਸ ਦੇ ਵਿੱਚ ਮਿਕਸ ਹੋ ਜਾਣ। Next is effect of pressure on critical solution temperature। Effect of pressure, solubility, as we all know that with increase of pressure solubility increases with increase in pressure, here it will be pressure। ਹੁਣ ਜੇ ਕੀ ਹੈ ਆਪਣੇ ਕੋਲ ਇੱਕ ਕਲੋਜ਼ਡ ਕਰਵ ਬਣੀ ਸੀ ਜਦੋਂ ਕਿ ਇੱਕ ਸਿਸਟਮ ਹੈ ਜਿਹਦੇ ਕੋਲ ਕੀ ਅਪਰ ਕ੍ਰਿਟੀਕਲ ਸੋਲਿਊਸ਼ਨ ਟੈਂਪਰੇਚਰ ਵੀ ਹੈ ਤੇ ਲੋਅਰ ਵੀ ਹੈ, ਬਟ ਹੁਣ ਕੀ ਹੈ ਜੇ ਤੁਸੀਂ ਪ੍ਰੈਸ਼ਰ ਦੇਤਾ ਤਾਂ ਸੋਲੂਬਿਲਿਟੀ ਇਨਕਰੀਜ਼ ਹੋਏਗੀ। ਜੇ ਸੋਲੂਬਿਲਿਟੀ ਇਨਕਰੀਜ਼ ਹੋਏਗੀ ਤਾਂ ਜਿਹੜੀ ਅੱਪਰ ਵਾਲਾ ਕ੍ਰਿਟੀਕਲ ਸੋਲਿਊਸ਼ਨ ਟੈਂਪਰੇਚਰ ਹੋਏਗਾ ਉਹ ਜਲਦੀ ਆ ਜਾਏਗਾ, ਤਾਂ ਉਹ ਕਰਵ ਨੀਚੇ ਆ ਜਾਏਗੀ, ਰਾਈਟ। ਜਿਹੜਾ ਲੋਅਰ ਕ੍ਰਿਟੀਕਲ ਸੋਲਿਊਸ਼ਨ ਟੈਂਪਰੇਚਰ ਸੀ ਉਹਨੂੰ ਜ਼ਿਆਦਾ ਕੂਲ ਕਰਨਾ ਪੈ ਰਿਹਾ ਸੀ, ਬਟ ਸੋਲੂਬਿਲਿਟੀ ਇਨਕਰੀਜ਼ ਹੋਣ ਦੇ ਨਾਲ ਉਹਨੂੰ ਜ਼ਿਆਦਾ ਕੂਲ ਨਹੀਂ ਕਰਨਾ ਪਏਗਾ ਤਾਂ ਉਹ ਉੱਪਰ ਹੋ ਜਾਏਗਾ। ਤਾਂ ਆਹ ਜਿਹੜੀ ਇਨਰ ਵਾਲੀ ਕਰਵ ਕਲੋਜ਼ਡ ਕਰਵ ਹੈ ਦੈਟ ਇਜ਼ ਐਟ ਹਾਇਰ ਪ੍ਰੈਸ਼ਰ, ਰਾਈਟ। ਤਾਂ ਜਿਹੜੀ ਅਪਰ ਕ੍ਰਿਟੀਕਲ ਸੋਲਿਊਸ਼ਨ ਟੈਂਪਰੇਚਰ ਹੈ ਉਹ ਡਿਕਰੀਜ਼ ਹੋ ਜਾਏਗਾ, ਇਹ ਲੋਅਰ ਪ੍ਰੈਸ਼ਰ 'ਤੇ ਹੈ ਕਰਵ। ਜਦੋਂ ਤੁਸੀਂ ਪ੍ਰੈਸ਼ਰ ਇਨਕਰੀਜ਼ ਕੀਤਾ ਤਾਂ ਉਦੋਂ ਕੀ ਹੈ ਅਪਰ ਕ੍ਰਿਟੀਕਲ ਸੋਲਿਊਸ਼ਨ ਟੈਂਪਰੇਚਰ ਲੋਅਰ ਹੋ ਗਿਆ ਅਤੇ ਲੋਅਰ ਕ੍ਰਿਟੀਕਲ ਸੋਲਿਊਸ਼ਨ ਟੈਂਪਰੇਚਰ ਇਨਕਰੀਜ਼ ਹੋ ਗਿਆ, ਬਿਕੋਜ਼ ਇਹ ਉੱਪਰ ਚਲਾ ਜਾਏਗਾ ਨਾ, ਇਹ ਨੀਚੇ ਆ ਜਾਏਗੀ ਅਪਰ ਵਾਲੀ, ਲੋਅਰ ਵਾਲੀ ਉੱਪਰ ਚਲੀ ਜਾਏਗੀ। ਤਾਂ ਇਹ ਇਨਰ ਵਾਲਾ ਜੋ ਕਲੋਜ਼ਡ ਕਰਵ ਹੈ ਦੈਟ ਇਜ਼ ਐਟ ਹਾਇਰ ਪ੍ਰੈਸ਼ਰ ਐਂਡ ਆਊਟਰ closed curve is at low pressure। So that's all, this is the whole topic of partially miscible liquids। Thank you। Yes, I'll also share with you one PDF of this topic and you can also go through that। Thank you।